भरम पै भूले। सोत दारा स्यों प्रीत लगाई। एक उत्तम पंथ सुनियो गुर संगत। ते मिलंत जम त्रास मिटाई। एक अरदास पाठ कीरत की। गुर रामदास रखो सरनाई। होवै सिफत खसमदी। नूर अरसों कुरसों चटिया। तुद डिठे सच्चे पातशाह। मल जन्म जन्म दी कटिया। तुद डिठे सच्चे पातशाह। मल जन्म जन्म दी कटिया। सज्जन सच्चा पातशाह। सिर शाह जिस पास बैठया सोई है। सबना दा वेसाहो। जिस पास बैठया सोई है। सबना दा वेसाहो। सतनाम श्री वाहेगुरु। साहेब जी। सोरठ महला पंजवा। आगे सुख मेरे मीता। पाछे आनंद प्रभ कीता। परमेश्वर बाणत बनाई। फिर डोलत कातहु नाही। आगे सुख मेरे मीता। पाछे आनंद प्रभ कीता। परमेश्वर बाणत बनाई। फिर डोलत कातहु नाही। साचे साहिब स्यों मन मानिया। हर सरब निरंतर जानिया। रहाओ सब जी तेरे दयाला। अपने भगत कर है प्रतपाला। अचरज तेरी वड्याई। नित नानक नाम ध्याई। सब जी तेरे दयाला। अपने भगत कर है प्रतपाला।
ਆਚਾਰਜ ਤੇਰੀ ਵਡਿਆਈ। ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਿਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਜ ਘਰ ਹਿਰਦਾ ਸਵਰੂਪ ਗੁਰੂ ਤਖਤ ਤੇ ਸ਼ੋਭਾਇਮਾਨ, ਇਹ ਮਨ ਮਤ ਜਾਣੈ ਖਰ ਦੂਰ ਹੈ, ਸਦਾ ਵੇਖ ਹਜੂਰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਭਾਤ ਵੇਲੇ ਦੇ ਸਜੇ ਦੀਵਾਨ ਦੀ ਹਾਜ਼ਰੀ ਪਰ ਰੱਖੇ ਗੁਰੂ ਕਾ ਖਾਸ ਸੁੰਦਰ ਸਰੂਪ ਰੂਪ ਖਾਲਸਾ ਸਾਧ ਸੰਗਤ ਜੀਓ। ਅਤੀ ਵੱਡੇ ਭਾਗਾਂ ਸਾਹਿਤ ਨੌਵੇਂ ਨਾਨਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਗੁਰਦੁਆਰਾ ਦੋਖ ਨਿਵਾਰਨ ਸਾਹਿਬ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਰਸਨ ਕਰਦੇ ਹਾਂ। ਗੁਰੂ ਪਿਤਾ ਜੀ ਦੀ ਅਗੰਮੀ ਇਲਾਹੀ ਅੰਮ੍ਰਿਤ ਬਾਣੀ ਨੂੰ ਗੁਰੂ ਸਵਾਰਿਆਂ ਪਾਸੋਂ ਕੀਰਤਨ ਰੂਪ ਸਰਵਣ ਕਰਕੇ ਆਪ ਜੀਆਂ ਨੇ ਲਾਭ ਪ੍ਰਾਪਤ ਕੀਤਾ ਹੈ। ਆਓ ਕੁਝ ਸਮਾਂ ਇਸ ਪਵਿੱਤਰ ਮੁਬਾਰਕ ਅਸਥਾਨ ਤੇ ਅੱਜ ਜੋ ਦਾਤਾ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਤਰੁੱਠ ਕਰਕੇ ਸਮੂਹ ਸੰਗਤਾਂ ਦੀ ਗਰੀਬ ਨਵਾਜੀ ਕੀਤੀ ਹੈ। ਹਜ਼ੂਰ ਗੁਰੂ ਅਰਜੁਨ ਦੇਵ ਪੰਜਵੇਂ ਦਾਤਾ ਜੀ ਦੇ ਸ਼੍ਰੀ ਮੁਖ ਦਾ ਅੰਮ੍ਰਿਤ ਇਲਾਹੀ ਬਚਨ ਹੁਕਮ ਰੂਪ ਆਪ ਜੀਆਂ ਨੇ ਪਿਆਰ ਸਹਿਤ ਪੁਨੇ ਸਰਵਣ ਕੀਤਾ ਹੈ। ਸਮੇਂ ਨਿਰਧਾਰਤ ਰਹਿ ਕਰਕੇ ਦਾਤਾ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ और चल रही लड़ी विचार आपा ने सांझी करनी है। सतगुरु के अमृत श्री मुख हुक्म दा अमृत इलाही फरमान दा संक्षेप सारांश भाव एक है। शहीदां दे सरताज, शांति दे पुंज पिता गुरु रामदास महाराज जी दे लखते जिक्र, माता भानी दे दुलारे सतगुरु गुरु अर्जुन देव प्रतखहार अपनी अमृत रसना तो ये बख्शिश करते ने कि इस जगत विच संसार विच परमेश्वर करते दे निरंकार दे
ਐ ਭਾਈ ਉਹ ਤਰੁੱਠ ਕਰਕੇ ਮਿਹਰ ਕਰਕੇ ਤੇਰੇ ਆਉਣ ਵਾਲੇ ਸਮੇਂ 'ਚ ਕੁਝ ਬਖਸ਼ਿਸ਼ਾਂ ਨਜ਼ਰਾਂ ਰਹਿਮਤਾਂ ਕੀਤੀਆਂ ਤੇ ਪਿਛਲੇ ਲੰਘ ਚੁੱਕੇ ਸਮੇਂ ਵਿੱਚ ਵੀ ਉਸ ਦੀਆਂ ਨਜ਼ਰਾਂ ਰਹਿਮਤਾਂ ਫਿਰ ਭਾਵ ਕਿ ਜਿਸ ਨੂੰ ਉਹ ਆਪਣੀ ਨਜ਼ਰ ਨਾਲ ਆਪਣੀ ਬਖਸ਼ਿਸ਼ ਨਾਲ ਕਿਰਤਾਰਥ ਕਰਦਾ ਹੈ ਉਹ ਜੀਵ ਕਦੀ ਡੋਲਦਾ ਨਹੀਂ। ਉਹ ਅਡੋਲ ਉਸ ਦਾਤੇ ਨਾਲ ਜੁੜ ਕੇ ਜਿਵੇਂ ਦਾਤਾ ਜੀ ਆਪ ਪਰਮੇਸ਼ਵਰ ਨਾਲ ਜੁੜੇ ਨੇ, ਭਾਵੇਂ ਹਜ਼ੂਰ ਤਤੀ ਤਵੀ ਤੇ ਬਿਰਾਜਮਾਨ ਨੇ, ਭਾਵੇਂ ਉਬਲਦੀ ਦੇਗ ਵਿੱਚ ਨੇ, ਆਨੰਦ ਚਿਤ ਕਰਤੇ ਨਾਲ ਜੁੜੇ ਹੋਏ ਨੇ। ਉਸ ਅੰਮ੍ਰਿਤਮਈ ਵਡਿਆਈ ਨੂੰ ਹਜ਼ੂਰ ਨੇ ਦਰਸਾਇਆ। ਸਤਿਗੁਰੂ ਦਾਤਾ ਜੀ ਆਪ ਮੇਰ ਦਇਆ ਤਰਸ ਕਰਕੇ ਆਪਣੀ ਪਵਿੱਤਰ ਦਰ ਘਰ ਦੀ ਸਿਫਤ ਸਲਾਹ ਆਪ ਵਿੱਚ ਵਰਤ ਕਰ ਅਸੀਸ ਬਖਸ਼ਿਸ਼ ਕਰ ਆਪ ਕਰਵਾ ਲੈਣ। ਧੰਨ ਗੁਰੂ ਤੇਗ ਬਹਾਦਰ ਦਾਤਾ ਜੀ ਆਪ ਮੇਰ ਵਰਤਕਾ ਕਰਕੇ ਬਖਸ਼ਿਸ਼ ਕਰਕੇ ਪਵਿੱਤਰ ਅਸਥਾਨ ਤੇ ਇਕਾਗਰਤਾ ਰੂਪ ਆਪਣੇ ਘਰ ਦੀ ਮਹਿਮਾ ਵਡਿਆਈ ਆਪ ਸਿਰ ਪਰ ਹੱਥ ਰੱਖ ਕੇ ਕਰਵਾ ਲੈਣਾ। ਆਓ ਗੁਰੂ ਕੇ ਸਵਾਰਿਓ ਸਮੁੱਚੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ 'ਚ ਲਵਾਓ ਹਾਜ਼ਰੀ ਆਸੀਸ ਬਖਸ਼ੋ। ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਿਰਪਾ ਬਖਸ਼ਿਸ਼ ਕਰੋ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ 629 ਅਤੇ 630 ਨੰਬਰ ਅੰਗ ਉੱਪਰ ਸੋਠ ਰਾਗ ਅੰਦਰ ਪੰਚਮ ਗੁਰੂ ਪਿਤਾ ਸਤਿਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਸੁਆਮੀ ਆਪਣੀ ਅੰਮ੍ਰਿਤ ਰਸਨਾ ਤੋਂ ਪਵਿੱਤਰ ਬਚਨ ਬਖਸ਼ਿਸ਼ ਕਰਦੇ ਸੁਭਾਈਮਾਨ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਦੇ ਪਹਿਲੇ ਬੰਦ ਦੇ ਦਾਤਾ ਜੀ ਦੀ ਸ਼੍ਰੀ ਰਸਨਾ ਦੀ ਪਹਿਲੀ ਤੁਕ ਦਾ ਪਾਠ ਅਦਬ ਸਾਹਿਤ ਸਿੰਘ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਦਾਤਾਰ ਪਿਤਾ ਗੁਰੂ ਅਰਜੁਨ ਦੇਵ ਹਜ਼ੂਰ ਆਪਣੇ ਸ਼੍ਰੀ ਮੁਖ ਤੋਂ ਜਗਤ ਜੀਵਾਂ ਦੇ ਕਲਿਆਣ ਵਾਸਤੇ ਪੂਰਨ ਬ੍ਰਹਿਮੰਡ ਦੇ ਉਦਾਰ ਹਿਤ ਵਾਸਤੇ ਇਹ ਕਿਰਪਾ ਕਰਦੇ ਨੇ ਕਿ ਭਾਈ ਐ ਜੀਵ ਐ ਮਾਨਸ ਇੱਕ ਗੱਲ ਜਾਣ, ਅਗਰ ਤੇਰੇ ਆਗੇ ਆਉਣ ਵਾਲੇ ਸਮੇਂ 'ਚ ਕੁਝ ਸੁੱਖ ਹੈ ਐ ਮੇਰੇ ਮਿੱਤਰ, ਮੀਤਾ ਕਹੀਏ ਮਿੱਤਰ, ਤਾਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣ, ਕੋਈ ਨਦਰ ਕਰਤੇ ਦਿਖੈ। गुरु के सवारियो सतगुरु का बचन, जिस गुरुदेव दे श्री मुख दा अमृत बोल
ਔਰ ਇਸ ਸ਼ਬਦ ਗੁਰੂ ਦੇ ਚਰਨਾਂ 'ਚ ਆਪਾਂ ਵਿਦਮਾਨ ਖਾਂ। ਇਹ ਸੱਤ ਹੈ ਕਿ ਸਤਿਪੁਰਖਾਂ ਦਾ, ਭਗਤ ਪੁਰਖਾਂ ਦਾ, ਸੱਚੇ ਪਾਤਸ਼ਾਹ ਜੀ ਦੇ ਕਿਹਾ ਹੋਇਆ ਬੋਲ ਦਰਗਾਹ ਵਿੱਚ ਸਹਾਇਕ ਹੁੰਦਾ ਹੈ। ਔਰ ਇਥੋਂ ਤੱਕ ਗੁਰੂ ਕੇ ਸਵਾਰਿਓ ਭਗਤ ਜਨ, ਸੰਤ ਜਨ ਜੋ ਸ਼੍ਰੀ ਮੁਖ ਬੋਲ ਉਚਰਦੇ ਨੇ, ਇਹ ਮਤਾ ਸੋਚੀਏ ਕਰੀ ਕਿ ਜਿਹੜੀ ਕਿਸੇ ਮਹਾਤਮਾ ਨੇ, ਕਿਸੇ ਫਕੀਰ, ਸਾਧੂ, ਭਗਤ ਨੇ ਬਚਨ ਕੀਤਾ ਹੈ, ਉਹ ਇਸੇ ਵਾਲੇ ਸਤ, ਉਹ ਤਾਂ ਸੰਗਤ ਜੀ ਤੇ ਕਾਲ ਵਿੱਚ ਸਤ ਵਰਤਦਾ ਹੈ। ਸਾਡੀ ਮਤ ਇਹ ਸੋਚੇ ਵੀ ਅੱਜ ਇਹ ਗੱਲ ਕੀਤੀ ਹੈ, ਹੋ ਸਕਦਾ ਹੈ ਉਹਦਾ ਫਲ, ਉਸ ਦਾ ਮਹਾਤਮ, ਕਿਉਂਕਿ ਸਾਧ ਦਾ ਬੋਲਿਆ ਵਿਅਰਥ ਨਹੀਂ ਜਾਂਦਾ, ਉਹਦੇ ਸ਼੍ਰੀ ਮੁਖ ਦਾ ਕਿਹਾ ਹੋਇਆ ਖਾਲੀ ਨਹੀਂ ਜਾਂਦਾ, ਉਹ ਤਾਂ ਸਾਧ ਭਜਨ ਅਟਲਾਦਾ ਹੈ। ਤਿੰਨਾਂ ਕਾਲਾਂ ਵਿੱਚ ਉਹਦੀ ਕਲਾ ਵਰਤ ਰਹੀ ਹੁੰਦੀ ਹੈ। ਬਹੁਤ ਸਾਰੇ ਮਹਾਂਪੁਰਖਾਂ ਦੇ ਕਹੇ ਹੋਏ ਬਚਨ ਕਿਤੇ ਜਾ ਕੇ ਮਨੁੱਖ ਨੂੰ ਜਿੱਤੇ ਯਾਦ ਵਿੱਚ ਹੋਵੇ, ਉਸ ਦੀ ਚੇਤੇ ਸ਼ਕਤ ਵਿੱਚ ਹੋਵੇ ਤੇ ਆ ਜਾਂਦਾ ਹੈ ਵੀ ਫਲਾਣੇ ਸਮੇਂ, ਫਲਾਣੇ ਵਕਤ ਮੈਨੂੰ ਕਿਸੇ ਮਹਾਂਪੁਰਖ ਨੇ, ਮੈਨੂੰ ਕਿਸੇ ਸਤਿਪੁਰਖ ਨੇ ਆ ਬਚਨ ਕੀਤਾ ਸੀ, ਅੱਜ ਮੇਰੇ ਕੰਮ ਆ ਰਹੇ। ਇਹ ਤਾਂ ਇੰਜ ਸਮਝੀਏ ਜਿਵੇਂ ਕਈ ਵਾਰੀ ਮਾਂ-ਬਾਪ ਦੀ ਗੱਲ ਛੋਟੇ ਵਕਤ ਵਿੱਚ, ਥੋੜੀ ਉਮਰ ਵਿੱਚ ਸੁਖਾਲੀ ਨਹੀਂ ਪਰ ਵੱਡਾ ਹੋਇਆ ਕਹਿੰਦਾ, ਹਾਂ ਮੇਰੇ ਭਲੇ ਲਈ, ਮੇਰੇ ਚੰਗੇ ਵਾਸਤੇ ਇਹ ਬਚਨ ਕਰਦੇ ਸਨ। ਸੱਚ ਹੈ ਕਿ ਅੱਗੇ ਮਿੱਤਰ ਸੁਖ ਹੈ, ਇਹ ਕਿਤੇ ਗੁਰੂ ਨੇ ਪੁਰਬਲੇ ਬੀਤੇ ਕਿਰਿਆ ਵਿੱਚ ਤੇਰੇ ਤੇ ਨਜ਼ਰ ਕੀਤੀ, ਤੂੰ ਕਿਤੇ ਦਾਤੇ ਦੇ ਚਰਨ ਪਰਸੇ ਨੇ, ਉਹਦੇ ਚਰਨਾਂ ਕਮਲਾਂ ਆ ਕੇ ਕਿਤੇ ਅਰਦਾਸ ਕੀਤੀ ਹੈ, ਅਰਜ਼ੋਈ ਕੀਤੀ ਹੈ, ਕਿਤੇ ਪੁਰਬਲੇ ਕਰਮ ਭਗਤਾ। ਬਚਨ ਇਥੋਂ ਤੱਕ ਕਹਿੰਦੇ ਨੇ, ਦਾਤਾ ਜੀ ਦੁਕ੍ਰਿਤ ਸੁਕ੍ਰਿਤ ਧਾਰੋ ਕਰਮ ਰੀ, ਇਹ ਮਾਲਕ ਸਾਰੇ ਕਰਮ ਹੈ ਤੇਰੀ ਬਖਸ਼ਿਸ਼। ਇਹ ਪੁਰਬਲੇ ਕਰਮ, ਇਸ ਵਕਤ ਕਿਰਿਆ ਸੁਖ ਹੈ, ਇਹ ਵੀ ਕਿਤੇ ਦਾਤੇ ਨੇ ਪਹਿਲਾਂ ਕਿਰਪਾ ਕੀਤੀ। ਜਿਵੇਂ ਮਹਾਰਾਜ ਕਹਿੰਦੇ ਵੱਡੇ ਭਾਗਾਂ ਨਾਲ ਸਤ ਸੰਗਤ ਮਿਲਦੀ ਹੈ, ਪਹਿਲਾਂ ਕਿਤੇ ਹਜ਼ੂਰ ਦੇ ਚਰਨਾਂ ਵਿੱਚ, ਉਹਦੇ ਪਾਵਨ ਦਰ ਵਿੱਚ ਅਰਜ਼ ਕੀਤੀ ਹੋਵੇ, ਦਾਤਾ ਕਿਰਪਾ ਕਰਦੇ ਮੈਂ ਤੇਰੇ ਚਰਨ ਪਰਸਾਂਗਾ। ਇਸ ਪਵਿੱਤਰ ਸਥਾਨ ਤੇ ਸਤਿਗੁਰੂ ਸ਼੍ਰੀ ਤੇਗ ਬਹਾਦਰ ਹਜ਼ੂਰ ਦੇ ਚਰਨਾਂ 'ਚ ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਸੰਗਤਾਂ ਗੁਰੂ ਕੇ ਸਵਾਰਿਓ ਅਰਦਾਸਾਂ ਬੇਨਤੀਆਂ ਕਰਕੇ ਮੁਰਾਦਾਂ ਬਖਸ਼ਿਸ਼ਾਂ ਲੈਣ। ਕਦੀ ਕੋਈ ਸ਼ੁਕਰਾਨਾ ਕਰਨ ਆਇਆ ਹੋਵੇ, ਕਦੀ ਅਰਦਾਸ। ਕਿਸੇ ਨੂੰ ਇਸ ਗੱਲ ਦਾ ਕੀ ਬੋਧ ਹੋਵੇਗਾ, ਇਹ ਤੇ ਸੱਚਾ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੇਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਹਾਥੀ ਤੱਕ ਨਜ਼ਰ ਕਰਨ ਵਾਲੇ ਨੇ ਪਤਾ ਨਹੀਂ ਕਿਹੜੇ ਕਿਹੜੇ ਦੀਆਂ ਕਿਸ ਕਿਸ ਵੇਲੇ ਝੋਲੀਆਂ ਭਰੀਆਂ, ਤੇ ਉਹ ਦਾਤੇ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਬਿਨ ਭਾਗਾ ਸਤ ਸੰਗ ਨਾ ਲੱਭੈ, ਭਾਗਾਂ ਤੋਂ ਬਿਨਾ ਸਤ ਸੰਗ ਗੁਰੂ ਕੀ ਸਵਾਰਿਓ ਨਹੀਂ ਮਿਲਦਾ। ਕਿਤੇ ਕੋਈ ਪੁਰਬਲਾ, ਕਿਤੇ ਕਿਸੇ ਵਕਤ ਦੀ ਕੀਤੀ ਕੋਈ ਬੇਨਤੀ, ਦਾਤਾ ਦਰਸ਼ਨ ਕਰਾਈ, ਕਿਤੇ ਦਾਤਾ ਆ ਤੰਦਰੁਸਤੀ ਦਈ, ਤੇਰੇ ਦਰ ਆਵਾਂ ਨਮਸਕਾਰ ਕਰਾਂ, ਕਿਤੇ ਦਾਤਾ ਆ ਬਖਸ਼ਿਸ਼ ਕਰ ਦਈ, ਤੇਰੇ ਚਰਨ ਪਰਸਨ ਕਰਾਂ। ਇਹ ਸਾਧ ਸੰਗਤ ਸਾਰੀਆਂ ਰਹਿਮਤਾਂ ਦਾਤੇ ਦੇ ਦਰੋਂ ਨੇ। ਉਹਦੀ ਨਜ਼ਰ, ਉਹਦੇ ਬਚਨ, ਕਿਤੇ ਹੁਕਮ, ਉਹਦੀ ਕਲਾ ਚੋਂ ਕੁੰਡਾਂ ਵਿੱਚ ਵਰਤਰੀ, ਕਿਉਂਕਿ ਦਾਤਾ ਜੀ ਜੁਗੋ ਜੁਗ ਅਟਲ ਨੇ। ਇਹ ਬਚਨ ਕਿਤੇ ਖਾਲੀ ਨਹੀਂ ਜਾਂਦੇ। ਕਈ ਵਾਰੀ ਕੋਈ ਕਹਿਣ ਵੀ ਅੱਜ ਦਾ ਹੁਕਮ ਤੇ ਸਾਡੇ ਲਈ ਤੇ ਬੜਾ ਲਾਭਕਾਰੀ, ਦੂਜਾ ਕਹੇ ਭਾਈ ਆਪਾਂ ਨੂੰ ਤੇ ਨਹੀਂ ਭਲਿਆ। ਗੁਰੂ ਦਾ ਬਚਨ ਸਦਾ ਹੀ ਲਾਭਕਾਰੀ ਹੈ, ਸਦਾ ਹੀ ਰਹਿਮਤ ਵਾਲਾ ਹੈ। ਹੋ ਸਕਦਾ ਹੈ ਤੇਰੇ ਭਾਗ ਕਰਮ ਅੱਜ ਉਸ ਕਰਤੇ ਨਾਲ ਸਾਂਝ ਦੇ ਵਿੱਚ ਨਾ ਜੁੜੇ ਹੋਣ। ਤੇ ਮਹਾਰਾਜ ਕਹਿੰਦੇ ਬੜੇ ਪਿਆਰ ਨਾਲ, ਐ ਮਿੱਤਰ ਅੱਗੇ ਸੁੱਖ ਹੈ, ਅੱਜ ਤੂੰ ਹਜ਼ੂਰ ਦੇ ਚਰਨ ਪਰਸੇ ਨੇ, ਕਿਤੇ ਪਹਿਲੇ ਪੁਰਬਲੇ ਕਰਮ ਕਰਕੇ, ਵੱਡੇ ਭਾਗ ਕਰਕੇ ਤੂੰ ਸਤ ਸੰਗਤ ਵਿੱਚ ਆਇਆ।
ਤੂੰ ਮਾਲਕ ਦੇ ਚਰਨਾਂ ਦੀ ਟੇਕ ਲਈ ਹੈ। ਇਹ ਜਿਹੜੇ ਚਰਨਾਂ ਦਾ ਤੈਨੂੰ ਆਸਰਾ ਮਿਲਿਆ ਹੈ, ਇਹ ਜਿਹੜੇ ਚਰਨਾਂ ਦੀ ਤੂੰ ਟੇਕ ਲਈ ਹੈ, ਸੱਚ ਜਾਣੀ ਪਹਿਲਾਂ ਦਾ ਤਾਂ ਪਤਾ ਨਹੀਂ, ਅੱਜ ਤੇ ਪੁੱਠੇ ਕਰਮ ਵੀ ਇਸ ਦਰ ਤੇ ਗੁਰੂ ਸਿੱਧੇ ਕਰ ਦਿੱਤੇ ਨੇ ਜਦੋਂ ਇਹ ਮਸਤਕ ਉਹਦੇ ਚਰਨਾਂ ਵਿੱਚ ਨਿਵ ਜਾਂਦਾ ਹੈ। ਅੱਜ ਤਾਂ ਸਤਿਗੁਰੂ ਨੇ ਹੋਰ ਆਉਣ ਵਾਲੇ ਸਮੇਂ ਵਿੱਚ ਅੱਗੇ ਤੇਰੇ ਲਈ ਬੜੀਆਂ ਬਖਸ਼ਿਸ਼ਾਂ, ਬੜੇ ਸੁੱਖ, ਬੜੇ ਆਨੰਦ, ਜਿਸ ਦਾ ਕੋਈ ਬੋਧ ਨਹੀਂ। ਗਿਆਨੀ ਸੰਤ ਸਿੰਘ ਮਸਕੀਨ ਤਾਂ ਬੜੀ ਪਿਆਰੀ ਉਦਾਹਰਨ ਵਿੱਚ ਬਚਨ ਕਾਇਆ ਕਰਦੇ ਸੀ ਸੰਗਤ ਜੀ। ਉਹ ਕਹਿੰਦੇ ਹੁੰਦੇ ਸੀ ਕਿ ਦੇਖੋ ਮੀਂਹ ਪੈਂਦਾ ਹੈ ਨਾ, ਵਰਖਾ ਹੁੰਦੀ ਏ, ਤੇ ਪਰਮੇਸ਼ਵਰ ਨੇ ਸਮੁੱਚੇ ਜਗਤ ਵਿੱਚ ਕਰਨੀ ਵਡਿਆਈ, ਜਿਵੇਂ ਉਸ ਕਰਤੇ ਦਾ ਮੇਘ ਨੂੰ ਫਰਮਾਨ ਹੁੰਦਾ, ਹੁਕਮ ਹੁੰਦਾ ਹੈ। ਉਹਦੇ ਹੁਕਮ ਦੇ ਵਿੱਚ ਉਸਨੇ ਉਹ ਜਲ ਵਰਖਾ ਕਰਨੀ ਹੈ। ਮੀਂਹ ਪੈਂਦਿਆਂ ਕੋਈ ਆਪਣੇ ਕੰਨ ਦੇ ਨਾਲ ਛੋਟਾ ਬਰਤਨ ਰੱਖ ਦੇ, ਕੋਈ ਜੱਗ ਰੱਖ ਦੇ, ਕੋਈ ਬਾਲਟੀ ਰੱਖਦਾ ਹੈ, ਤੇ ਕੋਈ ਉਹਦੇ ਵਰਖਾ ਦੇ ਜਲ ਨੂੰ ਇਕੱਤਰ ਕਰਨ ਵਾਸਤੇ ਵੱਡਾ ਕੋਈ ਕੜਾਇਆ, ਵੱਡਾ ਕੋਈ ਟੱਪ, ਬੜਾ ਵੱਡਾ ਬਰਤਨ ਰੱਖਦਾ ਹੈ। ਮੀਂਹ ਤਾਂ ਪੈ ਰਿਹਾ ਹੈ, ਸ਼ਬਰ ਤਾਂ ਲੱਗੀ ਹੋਈ ਹੈ। ਕਰਤੇ ਪੁਰਖ ਨੇ ਉਸ ਸ਼ਾਬਰ ਦੇ ਵਿੱਚ ਸਾਧ ਸੰਗਤ ਜਿਹਨੇ ਟੱਪ ਭਰੇ ਰੱਖਿਆ, ਉਹਦਾ ਟੱਪ ਭਰ ਦਿੱਤਾ। ਕਿਸੇ ਨੇ ਕੋਈ ਵੱਡਾ ਕੜਾਹਾ ਰੱਖਿਆ, ਉਹ ਭਰ ਦਿੱਤਾ। ਜੇ ਕਿਸੇ ਨੇ ਕੋਈ ਜੱਗ ਬਾਲਟੀ ਰੱਖੀ, ਉਹ ਭਰ ਦਿੱਤੀ। ਤੇ ਬਾਅਦ ਵਿੱਚ ਸਾਰਿਆਂ ਦੇ ਭਰੇ ਵੇਖ ਕੇ ਜੱਗ ਵਾਲਾ, ਬਾਲਟੀ ਵਾਲਾ ਇਹ ਕਹੇ ਵੀ ਰੱਬਾ ਆ ਚੰਗੀ ਗੱਲ ਹੈ, ਇੱਕ ਪਾਸੇ ਤੂੰ ਕੜਾਏ ਤੇ ਟੱਪ ਭਰ ਦਿੱਤੇ ਨੇ, ਤੇ ਮੈਨੂੰ ਇੱਕ ਬਾਲਟੀ ਵੀ ਪਾਣੀ ਦੇਣਾ ਸੀ, ਮੈਨੂੰ ਇੱਕ ਜਾਗੀ ਪਾਣੀ ਦੇਣਾ ਸੀ। ਤੇਰੇ ਕੋਲ ਕਿਹੜਾ ਘਾਟਾ ਹੈ? ਸਾਗਰ ਦੇ ਵਿੱਚ ਕੋਈ ਜਲ ਵਰਖਾ ਬੂੰਦ ਪੈ ਜਾਏ ਤੇ ਗੁਰੂ ਕੇ ਸਵਾਰੇ ਉਹਦੇ ਵਾਧੇ ਦਾ ਕੀ ਬਿਆਨ, ਤੇ ਜੇ ਕੋਈ ਬੂੰਦ ਕੋਈ ਜੱਗ ਕੱਢ ਲਏ ਤੇ ਉਹਦੇ ਘਟੇ ਦਾ ਕੀ ਬਿਆਨਤਾ? ਕੁਝ ਵੀ ਸਾਗਰ ਨੂੰ ਕੀ ਫਰਕ ਪੈਣਾ ਹੈ? ਉਹਦੇ ਲਈ ਤੇ ਇੱਕ ਵਿਸ਼ਾਲਤਾ ਦਾ ਗੁਣ ਬੜਾ ਉੱਤਮ ਹੈ। ਉਹ ਜੱਗ ਵਾਲਾ ਉਲਾਮਾ ਦਾ ਆਖੇ ਕਰਤਾ ਪੁਰਖ ਪਰਮੇਸ਼ਵਰ ਆ ਗੱਲ ਠੀਕ ਨਹੀਂ, ਤੇ ਰੱਬ ਕਹਿ ਨਹੀਂ ਭਲਿਆ ਇੱਥੇ ਤਾਂ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇੱਥੇ ਮਨ ਨੂੰ ਪੀਣ ਵਾਸਤੇ ਸ਼ਬਦ ਵਿਚਾਰ, ਕਿਉਂਕਿ ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥ। ਹੁਣ ਤੇਰਾ ਹਿਰਦਾ ਕਿੰਨਾ ਜੁੜਿਆ ਹੈ ਉਸ ਦਾਤੇ ਦੇ ਹੁਕਮ ਲਈ, ਉਹਦੇ ਇਲਾਹੀ ਫਰਮਾਨ ਲਈ, ਇਹ ਤੇ ਤੂੰ ਜਾਣਦਾ ਹੈ। ਸਜਣਾ ਉਹ ਤੇ ਗੁੜੀ ਸ਼ਬਰ ਲਾਈ ਬੈਠਾ ਸੀ, ਉਹਦਾ ਨਹੀਂ ਕਸੂਰ। ਤੂੰ ਆਪਣੀ ਝੋਲੀ ਘੱਟ ਟੱਡੀ, ਤੂੰ ਆਪਣੀ ਹਿਰਦੇ ਦੀ ਕਿਰਿਆ ਨੂੰ ਓਡਾ ਵਿਸ਼ਾਲ ਨਹੀਂ ਸਮਝਿਆ। ਸ਼ੇਖ ਸਿਆਦੀ ਤਾਂ ਕਹਿੰਦੇ ਨੇ, ਐ ਮੇਰੇ ਖੁਦਾ ਪਰਵਦਗਾਰ, ਮੈਂ ਤੇਰੇ ਦਰ ਜਾਵਾਂ ਤੇ ਤੇਰੇ ਅੱਗੇ ਜਦੋਂ ਅਰਦਾਸ ਕਰਾਂ ਨਾ, ਮਾਲਕਾ ਕਿਰਪਾ ਕਰੀ, ਮੇਰੀ ਝੋਲੀ ਆ ਬਖਸ਼ਿਸ਼ ਕਰੀ। ਤੇ ਮੈਂ ਇੱਕ ਬੇਨਤੀ ਕਰਨਾ ਨਿਰੰਕਾਰ, ਐ ਮੇਰੇ ਪਰਵਦਗਾਰ, ਹੋ ਸਕਦਾ ਮੇਰੀ ਝੋਲੀ ਛੋਟੀ ਹੋਵੇ, ਤੂੰ ਦਾਤ ਵੱਡੀ ਪਾਣੀ ਹੋਵੇ, ਆਪ ਹੀ ਕਿਰਪਾ ਕਰ ਦੇ, ਮੈਨੂੰ ਤੇ ਝੋਲੀ ਬਣਾਉਣ ਦੀ ਵੀ ਇਜਾਜ਼ਤ ਨਹੀਂ। ਕਿਉਂਕਿ ਸਾਨੂੰ ਕੀ ਪਤਾ, ਆਪਾਂ ਨੂੰ ਕਿਸੇ ਮੰਨ ਲਓ ਪ੍ਰਸ਼ਾਦ ਹੀ ਵਰਤਦਾ ਹੋਵੇ ਤੇ ਕਈ ਤਾਂ ਕਹਿ ਦੇਣਗੇ ਭਾਈ ਥੋੜਾ ਜਿਹਾ ਸੰਕੋਚ ਕੇ ਸਵਾਇਆ ਦਹੀਂ ਭਾਈ, ਤੇ ਕਈ ਤੇ ਖੁੱਲਾ ਹੱਥ ਕਰ ਲੈਣਗੇ ਭਾਈ ਮੌਜ ਜਿੰਨਾ ਮਰਜ਼ੀ ਕਫਾ ਦੇ ਜਾ, ਹੈ ਤੇ ਉਹਦੀ ਮੌਜ ਹੈ ਨਾ। ਚਲੋ ਮਰਿਆਦਾ ਸੇਤੀ ਕਿਹਾ ਜਾਂਦਾ ਵੀ ਸਾਰ ਨੂੰ ਇੱਕ ਸਮ ਵਰਤੇ, ਤੇ ਹੋ ਸਕਦਾ ਕਿਸੇ ਨੇ ਥੋੜਾ ਛਕਣਾ ਹੋਵੇ, ਕਿਸੇ ਨੇ ਖੁੱਲਾ ਕਫਾ ਲੈਣਾ ਹੋਵੇ। ਇਹ ਤੇ ਦਾਤੇ ਦਾ ਦਾਰੇ ਗੁਰੂ ਕੇ ਸਵਾਰਿਓ ਗੂੜੀ ਸ਼ਾਬਰ ਲੱਗੀ ਹੈ, ਇਹ ਤੇ ਆਪਣੀ ਝੋਲੀ ਦਾ ਹੀ ਫਰਕ ਹੋ ਸਕਦਾ ਹੈ। ਮਾਲਕ ਦੀ ਰਹਿਮਤ ਦੇ ਵਿੱਚ, ਉਹਦੀ ਨਜ਼ਰ ਦੇ ਵਿੱਚ ਕੋਈ ਮਹਾਰਾਜ ਕਹਿੰਦੇ ਫਰਕ ਨਹੀਂ, ਉਹ ਤਾਂ ਆਪਣੀ ਗੂੜੀ ਨਜ਼ਰ ਵਰਤਾਂਦਾ ਪਿਆ। ਸਾਡੀ ਝੋਲੀ ਛੋਟੀ ਹੋ ਸਕਦੀ, ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਨਜ਼ਰਾਂ ਗੁਰੂ ਕੇ ਸਵਾਰਿਓ, ਉਹਦੀਆਂ ਮਿਹਰਾਂ ਰਹਿਮਤਾਂ ਦੀਆਂ ਬੜੀਆਂ ਵੱਡੀਆਂ ਝੜੀਆਂ ਲੱਗੀਆਂ ਨੇ, ਉੱਤੇ ਸਾਨੂੰ ਸੰਭਾਲਣ ਦੀ ਜਾਚ ਹੀ ਕੋਈ ਨਹੀਂ। ਉੱਤੇ ਏਡਾ ਮਾਲਕ ਹੈ। ਸਭ ਕਹਿੰਦੇ ਨੇ ਐ ਮਿੱਤਰ ਅੱਗੇ ਤੇਰੇ ਲਈ ਬਹੁਤ ਸੁੱਖ ਨੇ,
ਕਿਉਂਕਿ ਦਾਤੇ ਨੇ ਤੇਰੇ ਤੇ ਇੰਜ ਕਿਰਪਾ ਕੀਤੀ ਹੈ। ਪਾਛੇ ਆਨੰਦ ਪ੍ਰਭ ਕੀਤਾ। ਪਿਛਲੇ ਜੀਵਨ ਵਿੱਚ ਕੋਈ ਕਿਤੇ ਚੰਗੇ ਪੁੰਨ ਦਾਨ, ਕੋਈ ਸੇਵ ਭਗਤੀ, ਸਤ ਸੰਗ ਕੀਤੇ, ਬਹਿ ਕੇ ਨਾਮ ਜਪਿਆ। ਐਵੇਂ ਨਹੀਂ, ਕਿਉਂਕਿ ਦਾਤਾ ਜੀ ਇੱਕ ਤਿਲ ਵੀ ਕਿਸੇ ਦਾ ਨਹੀਂ ਰੱਖਦੇ। ਮਹਾਂਪੁਰਖ ਤਾਂ ਕਹਿਆ ਕਰਦੇ ਸੀ, ਭਾਈ ਜਿਹੜਾ ਉਹਦੇ ਦਰ ਤੇ ਆ ਗਿਆ ਹੈ ਉਹਨੂੰ ਖਾਲੀ ਨਹੀਂ ਘੱਲਦਾ। ਜਿਵੇਂ ਦੀ ਜਿਸ ਤਰ੍ਹਾਂ ਦੀ ਸੇਵਾ ਕੀਤੀ ਹੋਵੇ ਉਹਨੂੰ ਉਸ ਤਰ੍ਹਾਂ ਬਖਸ਼ਿਸ਼ ਦੇ ਨਾਲ ਨਿਵਾਜ ਕੇ ਘੱਲਦਾ ਹੀ ਘੱਲਦਾ, ਖਾਲੀ ਨਹੀਂ ਘੱਲਦਾ। ਦਾਤਾ ਗੁਰੂ ਨਾਨਕ ਤੋਂ ਬਿਨਾ ਕੋਈ ਨਹੀਂ। ਗੁਰੂ ਕੇ ਸਵਾਰਿਓ ਆ ਪ੍ਰਭਾਤ ਵੇਲੇ ਸਾਰਿਆਂ ਨੇ ਜਪਜੀ ਦਾ ਜਾਪ ਕੀਤਾ, ਸਰਵਣ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਪ ਜੀ ਪੜ੍ਹਦੇ ਹੋ। ਸਾਹਿਬ ਜੀ ਦੇ ਘਰ ਦੇ ਪਾਵਨ ਵਡਿਆਈ ਪੌੜੀ ਵਿੱਚ ਮਹਾਰਾਜ ਜੀ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰਹਰ ਸੁਖ ਘਰ ਲੈ ਜਾ। ਕੋਈ ਕਹਿੰਦਾ ਸਵੇਰੇ ਅੱਖ, ਕੋਈ ਕਹਿੰਦਾ ਛੱਡ ਯਾਰ ਦੁੱਖਾਂ ਦੀ ਗੱਲ ਸਵੇਰੇ ਕਰਨ ਲੱਗ ਪਏ। ਸਵੇਰੇ ਸਵੇਰੇ ਤੈਨੂੰ ਹੋਰ ਕੋਈ ਗੱਲ ਨਹੀਂ ਲੱਭੀ। ਬਾਪੂ ਕਹਿੰਦਾ ਦੁੱਖ ਇੱਥੇ ਛੱਡ ਜਾ ਤੇ ਸੁੱਖ ਇਥੋਂ ਝੋਲੀਆਂ ਭਰ ਕੇ ਲੈ ਜਾ। ਹੈ ਕੋਈ ਗੁਰੂ ਤੇਗ ਬਹਾਦਰ ਦਾਤੇ ਤੋਂ ਵੱਡਾ ਜਿਹੜਾ ਕਹੇ ਇੱਥੇ ਆ ਕੇ ਤੇਗ ਬਹਾਦਰ ਸਿਮਰਿਆ, ਘਰ ਨੌਣ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਹੈ ਕੋਈ ਇੱਥੇ ਕਵੇ ਤੇਰੇ ਨਾਲ ਹੀ ਮੈਂ ਚੱਲ ਪਾਂਗਾ? ਇਹ ਸਤਿਗੁਰੂ ਦਾ ਦਰ ਹੈ। ਆ ਮਹੀਨਾ ਚੱਲਦਾ, ਮਹਾਰਾਜ ਕਹਿੰਦੇ ਆ ਸਾੜਤ ਪੰਦਾ ਤਿਸ ਲੱਗਾ, ਹਰ ਨਾ ਜਿਨਾ ਪਾਸ। ਅੱਗੇ ਬਚਨ ਕੀਤਾ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ। ਕੋਈ ਮਾਨਸ ਦੀ ਟੇਕ ਰੱਖੇ, ਉਹਦੇ ਕੋਲ ਕੀ, ਜੋ ਉਹਦੇ ਕੋਲ ਉਹ ਤੂੰ ਨਹੀਂ ਦੇਗਾ। ਪਰ ਦਾਤੇ ਕੋਲ ਆਈਏ, ਮਾਨਸ ਦੀ ਆਸ ਛੱਡ ਕੇ ਫਿਰ ਦਾਤਾ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ। ਸਭ ਕਹਿੰਦੇ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਇੱਕੋ ਹੀ ਹੈ। ਪਿੱਛੇ ਕੋਈ ਚੰਗਾ ਕਰਮ ਕੀਤਾ, ਚੰਗੀ ਕੋਈ ਸੇਵ ਭਗਤੀ ਕੀਤੀ ਹੈ, ਪੁੰਨ ਦਾਨ ਕੀਤਾ ਹੈ, ਤਾਂ ਇਹ ਤੈਨੂੰ ਆਨੰਦ ਸੁਖ ਪ੍ਰਭੂ ਬਖਸ਼ਿਸ਼ ਕਰ ਰਿਹਾ ਹੈ। ਪਰਮੇਸ਼ਵਰ ਬਣਤ ਬਣਾਈ। ਸੰਗਤ ਜੀ ਪ੍ਰਭੂ ਤੋਂ ਬਿਨਾ ਇਹ ਬਣਤ, ਇਹ ਵਿਉਂਤ ਦੂਜਾ ਨਹੀਂ ਜੇ ਬਣਾਉਂਦਾ। ਕਹਿੰਦਾ ਭਾਈ ਕੋਈ ਵਿਉਂਤ ਖੇਡ ਤੇ ਬਣਦੀ, ਕੋਈ ਵਸੀਲਾ ਤੇ ਬਣਦਾ ਹੈ। ਰੱਬ ਤੋਂ ਬਿਨਾ ਕੌਣ ਬਣਾਉਣ ਵਾਲਾ? ਕਰਨ ਕਾਰਨ ਹਾਰ ਕਰਤਾ ਪੁਰਖ ਆਪ ਹੈ, ਉਹ ਆਪ ਹੀ ਰਹਿਮਤ ਕਰ ਦਿੰਦਾ ਹੈ। ਫਿਰ ਡੋਲਤ ਕਤਹੁ ਨਾਹੀ। ਫਿਰ ਕਹਿੰਦੇ ਕਿਤੇ ਡੋਲਦਾ ਨਹੀਂ ਜੀਵ, ਕਿਉਂਕਿ ਸਤਿਗੁਰ ਮੇਰਾ ਦੀਨ ਦੁਨੀ ਦਾ ਮਾਲਕ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁੱਲਾ। ਮਹਾਰਾਜ ਕੀ ਕਹਿੰਦੇ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਡੁੱਲਾ। ਇਹ ਦੀਨ ਦੁਨੀਆ ਦਾ ਮਾਲਕ ਹੈ। ਇਹਦੇ ਦਰ ਤੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਤੇ ਸਭ ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਦੀਨ ਦੁਨੀ ਦਾ ਪਾਤਸ਼ਾਹ। ਮਹਾਰਾਜ ਕਹਿੰਦੇ ਫਿਰ ਡੋਲਤ ਕਤਹੁ ਨਾਹੀ। ਉਹ ਜੀਵ ਨਹੀਂ ਡੋਲਦਾ, ਉਹਦੇ ਨਾਲ ਕਰਤਾ ਹੈ। ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ। ਸਭ ਕਲਗੀਧਰ ਕਹਿੰਦੇ ਅੰਗ ਸੰਗ ਵਰਤਦਾ, ਸਦਾ ਹੀ ਰਹਿਮਤ ਕਰਦਾ। ਦੋ ਕਾਲ ਅੰਗ ਪਰਨਾਸੀ ਦਇਆ ਅੰਗ ਸਰੂਪੇ, ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ। ਸਦਾ ਹੀ ਉਹ ਨਦਰ ਕਰਦਾ ਹੈ, ਕਿਰਪਾ ਕਰਦਾ ਹੈ। ਸਾਚੇ ਸਾਹਿਬ ਸਿਉ ਮਨ ਮਾਨਿਆ। ਉਸ ਸੱਚੇ ਸਾਹਿਬ ਦੇ ਪਿਆਰ ਵਿੱਚ, ਭਾਵਨਾ ਵਿੱਚ ਮਨ ਮੰਨ ਗਿਆ। ਹੁਣ ਮਨ ਨਹੀਂ ਕਹਿੰਦਾ ਵੀ ਆਹ ਗੱਲ ਮੈਨੂੰ ਚੰਗੀ ਨਹੀਂ, ਕਹਿੰਦਾ ਨਹੀਂ, ਜਿਉਂ ਭਾਵੈ ਤਿਉਂ ਰੱਖ ਲੈ। ਮਾਲਕਾ ਜਿਵੇਂ ਤੈਨੂੰ ਪਾਉਂਦਾ ਉਵੇਂ ਰੱਖ। ਮੇਰਾ ਮਨ ਤੇ ਕੀ ਮਨ ਦਾ ਕੀ, ਤੇ ਪਾਗਲ ਹੈ, ਕਮਲ ਹੈ, ਬੌਰਾ ਹੈ, ਚੱਲਾ ਹੈ। ਤੂੰ ਆਪਣੇ ਨਦਰ ਕਰ ਜਿਵੇਂ ਤੈਨੂੰ ਚੰਗਾ ਲੱਗਦਾ, ਤੂੰ ਕਿਰਪਾ ਕਰ। ਹਰ ਸਰਬ ਨਿਰੰਤਰ ਜਾਣਿਆ। ਫਿਰ ਨਿਰੰਤਰ ਗੁਰੂ ਕੇ ਸਵਾਰਿਓ ਸਰਬ ਵਿੱਚ, ਕਿਉਂਕਿ ਸਾਰੇ ਘਟ ਵਿੱਚ ਵਿਆਪਕ ਹੈ। ਇੰਜ ਹੈ ਸਗਲ ਬਨਾਸ ਪਤ ਮੈਂ ਬੈਸੰਤਰ।
ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆ ਹਰ ਸਰਬ ਨਿਰੰਤਰ ਜਾਣਿਆ ਉਹਨੂੰ ਸਰਬ ਵਿਆਪਕ ਜਾਣਿਆ ਨਿਰੰਤਰ ਜਾਣਿਆ ਸਦਾ ਹੀ ਕਿਰਪਾ ਕਰਦਾ ਨਹੀਂ ਅੱਜ ਕਰਦਾ ਤੇ ਕੱਲ ਨਹੀਂ ਕਰਨੇ ਉਹਨੂੰ ਕੋਈ ਸਮੇਂ ਦੀ ਸੀਮਾ ਨਹੀਂ ਰੱਖੀ ਕੋਈ ਵੀ ਭਾਈ ਕੋਈ ਨਹੀਂ ਦੂਜਾ ਕਹੇ ਮਨੁੱਖ ਕਹੇ ਵੀ ਕੱਲ ਆ ਜਾਏ ਕੱਲ ਤੈਨੂੰ ਦਿਆਂਗੇ ਅੱਜ ਸਮਾਨ ਸੌਦਾ ਨਹੀਂ ਇੱਥੇ ਤਾਂ ਭੰਡਾਰ ਭਰੇ ਕੋਏ ਨੇ ਘਰ ਨਾਉਣੇ ਦੇ ਆਵੇ ਤਾਂ ਆਏ ਤੇ ਸਹੀ ਇੱਥੇ ਭੰਡਾਰਾਂ ਦਾ ਇੱਥੇ ਖਜ਼ਾਨੇ ਦਾ ਕੋਈ ਟੋਟਾ ਥੋੜੀ ਏ ਇੱਥੇ ਬਖਸ਼ਿਸ਼ਾਂ ਹਨ ਰਹਾਉ ਠਹਿਰ ਕੇ ਇਹ ਗੱਲ ਟਿਕਾ ਕੇ ਕਹਿੰਦੇ ਜਾਣ ਉਹਦੇ ਤੋਂ ਬਿਨਾ ਕੋਈ ਹੋਰ ਨਹੀਂ ਸਭ ਜੀ ਤੇਰੇ ਦਇਆਲਾ ਇਹ ਦਿਆਲੂ ਕਿਰਪਾਲੂ ਦਾਤਾ ਜੀ ਸਾਰੇ ਜੀ ਆਪ ਜੀ ਦੇ ਹਨ ਆਪਣੇ ਭਗਤ ਕਰਹਿ ਪ੍ਰਤਪਾਲਾ ਦਾਤਾ ਜੀ ਤੁਸੀਂ ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਦੇ ਹੋ ਤਾਂ ਹੀ ਤੇ ਭਗਤ ਕਹਿੰਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਉਹ ਤੇ ਪਰ ਮੰਗ ਲੈਂਦਾ ਦਾਲ ਸੀਦਾ ਮੰਗੋ ਘਿਓ ਹਮਰਾ ਖੁਸ਼ੀ ਕਰਾ ਨਿਤ ਜੀਓ ਪਣੀਆਂ ਸਾਦਾ ਨੀਕਾ ਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੈਵੈ ਮੰਗੀ ਮੰਗ ਕੇ ਵੀ ਕਿਉਂਕਿ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਆਪਣੇ ਭਗਤਾਂ ਦੀ ਸਦਾ ਪ੍ਰਤਪਾਲਨਾ ਕਰਦਾ ਹੈ ਆਪਣੇ ਭਗਤਾਂ ਦੀ ਸਦਾ ਪੈਜ ਰੱਖਦਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਵਡਿਆਈ ਉਹਦੀ ਉਹ ਸਦਾ ਹੀ ਆਪਣੇ ਭਗਤ ਜਨਾਂ ਦੀ ਪ੍ਰਤਪਾਲਨਾ ਕਰਦਾ ਹੈ ਆਚਾਰਜ ਤੇਰੀ ਵਡਿਆਈ ਇਹ ਦਾਤਾ ਜੀ ਇਹ ਵਡਿਆਈ ਅਚਰਜੀ ਹੈ ਤੇਰੀ ਇਹ ਦੂਜਾ ਕੌਣ ਜਾਣੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਜੀ ਇਹ ਆਪ ਜੀ ਦੀ ਅਚਰਜ ਵਡਿਆਈ ਹੈ ਨਿਤ ਨਾਨਕ ਨਾਮ ਧਿਆਏ ਸੰਗਤ ਜੀ ਦੋ ਪਦਿਆਂ ਦਾ ਇਹ ਪਵਿੱਤਰ ਬਚਨ ਹੈ ਤੇ ਦੂਜੇ ਪਦੇ ਦੀ ਅਖੀਰਲੇ ਤੁਕ ਦਾ ਮੂਲ ਪਾਠ ਸਾਹਿਬ ਜੀ ਦੇ ਸ੍ਰੀ ਮੁਖ ਦਾ ਸਤਿਗੁਰੂ ਦੇ ਅੰਮ੍ਰਿਤ ਬਚਨ ਦਾ ਨਿਤ ਨਾਨਕ ਨਾਮ ਧਿਆਈ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਕਹਿੰਦੇ ਨਿਤ ਹੀ ਨਿਤਾ ਪ੍ਰਤ ਹਰ ਰੋਜ਼ ਮਹਾਰਾਜ ਕਹਿੰਦੇ ਨੇ ਨਾਨਕ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਹਜ਼ੂਰ ਫਰਮਾਉਂਦੇ ਨੇ ਉਹਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਧਿਆਇਆ ਕਰ ਜਿਹਨੂੰ ਮਹਾਰਾਜ ਕਹਿੰਦੇ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਿਗਾਰ ਦਾ ਕਹਿੰਦੇ ਨਿਤ ਜਪਿਆ ਕਰ ਸਾਸ ਗਿਰਾਸ ਜਪਿਆ ਕਰ ਨਿਤ ਨਾਨਕ ਨਾਮ ਧਿਆਈ ਮਹਾਰਾਜ ਕਹਿੰਦੇ ਉਹਨੂੰ ਸਦਾ ਹੀ ਧਿਆਇਆ ਕਰ ਇਸ ਸ੍ਰੀ ਮੁਖ ਹੁਕਮ ਦੇ ਅੰਦਰ ਸਤਿਗੁਰੂ ਨੇ ਕਿਰਪਾ ਕੀਤੀ।